ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ ਅਰਲੀ ਮਿਡੀਵਲ ਹਿਸਟਰੀ ਦੀ ਕਲਾਸ ਲੈ ਕੇ ਹਾਜ਼ਰ ਹੋਏ ਹਾਂ। ਇਸ ਕਲਾਸ ਦੇ ਵਿੱਚ ਆਪਾਂ ਮਿਡੀਵਲ ਹਿਸਟਰੀ ਤੋਂ ਪਹਿਲਾਂ ਉਸ ਦੇ ਬੈਕਗਰਾਊਂਡ ਬਾਰੇ ਪੜ੍ਹਾਂਗੇ। ਤਾਂ ਕਲਾਸ ਨੂੰ ਐਂਡ ਤੱਕ ਅਟੈਂਡ ਕਰਿਓ। ਇੱਕ ਵੀ ਕੁਐਸਚਨ, ਇੱਕ ਵੀ ਫੈਕਟ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਆਪਣੀਆਂ ਸਬਜੈਕਟ ਵਾਈਜ਼ ਕਲਾਸਿਸ ਆਲਰੇਡੀ ਅਪਲੋਡਡ ਨੇ, ਜਿਨ੍ਹਾਂ ਦੇ ਵਿੱਚ ਆਪਾਂ ਪੋਲਿਟੀ, ਹਿਸਟਰੀ, ਜੋਗਰਾਫੀ, ਪੰਜਾਬ ਜੀਕੇ ਅਤੇ CDP ਇਹ ਸਾਰੇ ਸਬਜੈਕਟ ਨੂੰ ਪੂਰੀ ਡਿਟੇਲ ਦੇ ਵਿੱਚ ਕਵਰ ਕੀਤਾ ਹੈ। ਜੇਕਰ ਤੁਸੀਂ ਇਹ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ। ਉੱਥੇ ਪਲੇਲਿਸਟ ਬਣੀਆਂ ਹੋਈਆਂ ਨੇ, ਜਿਨ੍ਹਾਂ ਦੇ ਵਿੱਚ ਇਹ ਸਾਰੇ ਸਬਜੈਕਟ ਦੀਆਂ ਸੀਰੀਜ਼ ਵਾਈਜ਼ ਵੀਡੀਓ ਲੱਗੀਆਂ ਹੋਈਆਂ, ਜਾ ਕੇ ਦੇਖ ਸਕਦੇ ਹੋ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ, ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ, ਕਿਉਂਕਿ ਬਹੁਤ ਵਧੀਆ ਕੰਟੈਂਟ ਤੁਹਾਡੇ ਲਈ ਔਨ ਦੀ ਵੇ ਹੈ। ਅੱਜ ਦਾ ਜੋ ਆਪਣਾ ਸੈਸ਼ਨ ਹੈ ਇਹ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈ, ਕਿਉਂਕਿ ਇਹ ਸੈਸ਼ਨ ਦੇ ਵਿੱਚੋਂ ਡਾਇਰੈਕਟ ਕੁਐਸਚਨ ਤੁਹਾਨੂੰ ਪੇਪਰਾਂ ਦੇ ਵਿੱਚ ਪੁੱਛੇ ਜਾਂਦੇ ਨੇ। ਤਾਂ ਸੈਸ਼ਨ ਨੂੰ ਐਂਡ ਤੱਕ ਅਟੈਂਡ ਕਰਿਓ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਡਾਇਰੈਕਟ ਦੇਖਣ ਨੂੰ ਮਿਲ ਸਕਦਾ ਹੈ। ਇਹ ਜਿਹੜੀਆਂ ਆਪਣੀਆਂ ਕਲਾਸਿਸ ਨੇ ਇਹ ਪੰਜਾਬ ਦੇ ਸਾਰੇ ਪੇਪਰਾਂ ਦੇ ਲਈ ਅਤੇ ਇੰਡੀਆ ਲੈਵਲ ਦੇ ਪੇਪਰਾਂ ਦੇ ਲਈ ਵੀ ਬਹੁਤ ਇੰਪੋਰਟੈਂਟ ਨੇ, ਕਿਉਂਕਿ ਜਿਨ੍ਹਾਂ ਪੇਪਰਾਂ ਦੇ ਵਿੱਚ ਵੀ ਹਿਸਟਰੀ ਬਾਰੇ ਪੁੱਛਿਆ ਜਾਂਦਾ ਤਾਂ ਉਹ ਸਾਰੇ ਪੇਪਰਾਂ ਦੇ ਲਈ ਆਪਣੀਆਂ ਕਲਾਸਿਸ ਬਹੁਤ ਇੰਪੋਰਟੈਂਟ ਨੇ। ਠੀਕ ਹੈ ਜੀ, ਤਾਂ ਸਟਾਰਟ ਕਰਦੇ ਹਾਂ ਆਪਣਾ ਸੈਸ਼ਨ ਅੱਜ ਦੀ ਪਹਿਲੀ ਸਲਾਈਡ ਤੋਂ। ਤਾਂ ਸਲਾਈਡ ਨੂੰ ਦੇਖ ਕੇ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ, ਕਿਉਂਕਿ ਜਿਹੜੇ ਆਪਾਂ MCQ ਕਵਰ ਕਰਦੇ ਹਾਂ ਉਹਦੇ ਵਿੱਚ ਆਪਾਂ ਹਰ ਇੱਕ ਟੌਪਿਕ ਨੂੰ ਪੂਰੇ ਡਿਟੇਲ ਦੇ ਵਿੱਚ ਕਵਰ ਕਰਦੇ ਹਾਂ, ਉਹ ਆਪਣੇ ਸਲਾਈਡਸ ਨਾਲੋਂ ਬਿਲਕੁਲ ਵੱਖਰੇ ਹੁੰਦੇ ਨੇ। ਠੀਕ ਹੈ ਜੀ, ਤਾਂ ਇਹ ਆਪਾਂ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲੀ ਜਿਹੜੀ ਸਲਾਈਡ ਹੈ ਇਹਦੇ ਵਿੱਚ ਮੈਂ ਤੁਹਾਨੂੰ ਕਮਿੰਗ ਆਫ ਮੁਸਲਿਮਸ ਬਾਰੇ ਦੱਸਿਆ। ਠੀਕ ਹੈ ਜੀ, ਮੁਸਲਮਾਨ ਆਗਮਨ, ਯਾਨੀ ਕਿ ਜਦੋਂ ਆਪਣੇ ਇੰਡੀਆ ਦੇ ਉੱਤੇ ਮੁਸਲਮਾਨਾਂ ਦਾ ਹਮਲਾ ਹੋਣਾ ਸ਼ੁਰੂ ਹੋ ਗਿਆ ਸੀ, ਬਾਹਰਲੇ ਜਿਹੜੇ ਇਨਵੇਡਰ ਸੀ, ਮੁਸਲਿਮ ਇਨਵੇਡਰ ਸੀ, ਉਹ ਇੰਡੀਆ ਦੇ ਵਿੱਚ ਆਉਣੇ ਸ਼ੁਰੂ ਹੋ ਗਏ ਸੀ। ਇਹਦਾ ਕੀ ਕਾਰਨ ਸੀ? ਕਿਉਂਕਿ ਇੰਡੀਆ ਦੀ ਇੱਕ ਬਹੁਤ ਜ਼ਰਖੇਜ਼ ਜ਼ਮੀਨ ਹੈ, ਜਿਹਦੇ ਵਿੱਚ ਹਰ ਇੱਕ ਤਰ੍ਹਾਂ ਦੇ ਹਰ ਇੱਕ ਤਰ੍ਹਾਂ ਦਾ ਅਨਾਜ ਉੱਗਦਾ ਹੈ। ਠੀਕ ਹੈ, ਕਿਉਂਕਿ ਆਪਣੇ ਇੰਡੀਆ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ। ਤਾਂ ਇੰਡੀਆ ਆਪਣਾ ਸ਼ੁਰੂ ਤੋਂ ਹੀ ਬਹੁਤ ਅਮੀਰ ਸੀ, ਤਾਂ ਕਰਕੇ ਜਿਹੜੇ ਬਾਹਰਲੇ ਇਨਵੇਡਰ ਸੀ ਉਹਨਾਂ ਨੂੰ ਇੱਥੋਂ ਉਹ ਹਰ ਇੱਕ ਚੀਜ਼ ਨੂੰ ਲੁੱਟ ਕੇ ਲੈ ਕੇ ਜਾਂਦੇ ਸੀ। ਠੀਕ ਹੈ ਜੀ, ਤਾਂ ਸਭ ਤੋਂ ਪਹਿਲਾਂ ਜਿਹੜਾ ਆਪਣੇ ਇਨਵੇਡਰ ਆਇਆ ਉਹਦਾ ਨਾਮ ਸੀ ਮੁਹੰਮਦ ਬਿਨ ਕਾਸਿਮ। ਠੀਕ ਹੈ ਜੀ, ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ, ਇਹਦੇ ਬਾਰੇ ਡਾਇਰੈਕਟ ਕੁਐਸਚਨ ਆਉਂਦੇ ਨੇ। ਠੀਕ ਹੈ, ਤਾਂ 712 AD ਤੋਂ ਲੈ ਕੇ 1200 ਤੱਕ ਇਹ ਹਮਲੇ ਆ ਜਿਹੜੇ ਉਹ ਲਗਾਤਾਰ ਚੱਲਦੇ ਰਹੇ। 1200 ਦੇ ਵਿੱਚ ਆ ਕੇ ਤੁਹਾਨੂੰ ਪਤਾ ਕਿ ਦਿੱਲੀ ਦੇ ਉੱਤੇ ਅਲੱਗ-ਅਲੱਗ ਸਲਤਨਤ ਨੇ ਆ ਕੇ ਕਬਜ਼ਾ ਕੀਤਾ। ਸਭ ਤੋਂ ਪਹਿਲੀ ਜਿਹੜੀ ਸਲਤਨਤ ਆਈ ਸੀਗੀ ਉਹ ਆਇਆ ਸੀ ਗੁਲਾਮ ਵੰਸ਼, ਜਿਹਨੂੰ ਆਪਾਂ ਸਲੇਵ ਡਾਇਨੈਸਟੀ ਕਹਿੰਦੇ ਹਾਂ। ਠੀਕ ਹੈ ਜੀ, ਤਾਂ ਉਹ ਸਭ ਤੋਂ ਪਹਿਲੀ ਆਈ ਸੀ। ਉਹ ਆਪਾਂ ਅੱਗੇ ਕਿਉਂਕਿ ਆਪਣੀਆਂ 3 ਦਿਨ ਕਲਾਸਿਸ ਆਉਣਗੀਆਂ, ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਇਹ 3 ਦਿਨ ਕਲਾਸਿਸ ਆਇਆ ਕਰਨਗੀਆਂ। ਠੀਕ ਹੈ, ਆਪਾਂ ਮਿਡੀਵਲ ਹਿਸਟਰੀ ਸਾਰੀ ਪੂਰੀ ਡਿਟੇਲ ਦੇ ਵਿੱਚ ਕਵਰ ਕਰਨੀ ਹੈ, ਉਹ ਆਪਾਂ ਅੱਗੇ ਪੜ੍ਹਾਂਗੇ ਸਾਰੀਆਂ ਡਾਇਨੈਸਟੀਜ਼। ਠੀਕ ਹੈ ਜੀ, ਤਾਂ ਜਿਵੇਂ ਬਾਬਰ, ਅਕਬਰ, ਔਰੰਗਜ਼ੇਬ, ਇਹ ਸਾਰਿਆਂ ਬਾਰੇ ਆਪਾਂ A to Z ਆਪਾਂ ਡਿਟੇਲ ਦੇ ਵਿੱਚ ਪੜ੍ਹਾਂਗੇ। ਤੁਸੀਂ ਬਣੇ ਰਹੋ ਆਪਣੇ ਚੈਨਲ 'ਤੇ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਜਿਹੜਾ ਹਮਲਾਵਰ ਆਇਆ ਉਹਦਾ ਨਾਮ ਸੀ ਮੁਹੰਮਦ ਬਿਨ ਕਾਸਿਮ। ਤਾਂ ਇਹ ਕਿੱਥੋਂ ਆਇਆ ਸੀ ਇਹ ਵੀ ਪੁੱਛ ਲਿਆ ਜਾਂਦਾ। ਤਾਂ ਇਹ ਈਰਾਨ ਤੋਂ ਆਇਆ ਸੀ। ਈਰਾਨ ਨੂੰ ਪਹਿਲਾਂ ਫਾਰਸ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਠੀਕ ਹੈ, ਅੱਜ ਜਿਹਨੂੰ ਆਪਾਂ ਈਰਾਨ ਕਹਿੰਦੇ ਹਾਂ ਉਹਨੂੰ ਪਹਿਲਾਂ ਫਾਰਸ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਅਤੇ ਜਿਹੜਾ ਮੁਹੰਮਦ ਬਿਨ ਕਾਸਿਮ ਸੀ ਇਹ ਈਰਾਨ ਤੋਂ ਹੀ ਆਇਆ ਸੀ। ਤਾਂ ਕਈ ਵਾਰੀ ਜ਼ਿਆਦਾ ਡਿਟੇਲ ਦੇ ਵਿੱਚ ਪੁੱਛ ਲੈਂਦੇ ਨੇ ਕਿ ਈਰਾਨ ਦਾ ਖਲੀਫਾ ਕੌਣ ਸੀ ਉਸ ਟਾਈਮ 'ਤੇ, ਤਾਂ ਉਹਦਾ ਨਾਮ ਸੀਗਾ ਅਲ ਹਜ਼ਾਜ਼ ਬਿਨ ਯੂਸਫ। ਠੀਕ ਹੈ ਜੀ, ਈਰਾਨ ਦਾ ਖਲੀਫਾ ਸੀ ਇਹ। ਠੀਕ ਹੈ, ਖਲੀਫਾ ਜਿਹੜਾ ਸਾਰੀ ਮੁਸਲਿਮ ਕਮਿਊਨਿਟੀ ਦਾ ਇੱਕ ਹੈੱਡ ਹੁੰਦਾ, ਜਿਹਨੂੰ ਆਪਾਂ ਰਾਜਾ ਵੀ ਕਹਿ ਸਕਦੇ ਹਾਂ। ਤਾਂ ਇਹ ਖਲੀਫਾ ਜਿਹੜਾ ਸੀ ਈਰਾਨ ਦਾ, ਉਹਦਾ ਨਾਮ ਸੀ ਅਲ ਹਜ਼ਾਜ਼ ਬਿਨ ਯੂਸਫ ਉਸ ਟਾਈਮ 'ਤੇ। ਤਾਂ ਜਿਹੜਾ ਨੇ ਅਟੈਕ ਕੀਤਾ, ਠੀਕ ਹੈ ਜੀ, ਇਹ ਪੁੱਛ ਲੈਂਦੇ ਨੇ ਕਿ ਇਹਨੇ ਅਟੈਕ ਕਿੱਥੇ ਕੀਤਾ ਆਪਣਾ। ਤਾਂ ਇਹਨੇ ਇੱਕੋ ਹੀ ਅਟੈਕ ਕੀਤਾ ਸੀ, ਇਹ ਵੀ ਤੁਸੀਂ ਯਾਦ ਰੱਖਣਾ। ਤਾਂ ਜੇ ਕਈ ਵਾਰੀ ਇਹ ਪੁੱਛ ਲੈਂਦੇ ਨੇ ਕਿ ਇਹਨੇ ਕਿੰਨੇ ਅਟੈਕ ਕੀਤੇ ਮੁਹੰਮਦ ਬਿਨ ਕਾਸਿਮ ਨੇ, ਤਾਂ ਇਹਨੇ ਇੱਕੋ ਹੀ ਅਟੈਕ ਕੀਤਾ ਸੀ। ਕਿੱਥੇ ਕੀਤਾ ਸੀ? ਸਿੰਧ ਦੇ ਉੱਤੇ ਕੀਤਾ ਸੀ 712 AD ਦੇ ਵਿੱਚ। 712 AD ਦੇ ਵਿੱਚ ਇਹਨੇ ਇੱਕ ਹਮਲਾ ਕੀਤਾ ਸੀ ਸਿੰਧ ਦੇ ਉੱਤੇ, ਇਹ ਤੁਸੀਂ ਯਾਦ ਰੱਖਣਾ। ਅਗਲਾ ਇਹ ਪੁੱਛ ਲੈਂਦੇ ਨੇ ਕਿ ਜਿਸ ਟਾਈਮ ਇਹਨੇ ਹਮਲਾ ਕੀਤਾ ਤਾਂ ਉਸ ਟਾਈਮ 'ਤੇ ਸਿੰਧ ਦਾ ਰਾਜਾ ਕੌਣ ਸੀ? ਤਾਂ ਉਹ ਸੀਗਾ ਰਾਜਾ ਦਾਹਿਰ ਸੇਨ। ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹਨੂੰ ਰਾਜਾ ਦਾਹਿਰ ਵੀ ਕਹਿ ਦਿੰਦੇ ਨੇ ਅਤੇ ਦਾਹਿਰ ਸੇਨ ਵੀ ਕਹਿ ਦਿੰਦੇ ਨੇ। ਤਾਂ ਜਿਸ ਟਾਈਮ ਇਹਨੇ ਹਮਲਾ ਕੀਤਾ ਤਾਂ ਉਸ ਟਾਈਮ 'ਤੇ ਸਿੰਧ ਦਾ ਰਾਜਾ ਸੀ ਦਾਹਿਰ ਸੇਨ। ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ। ਆਪਾਂ ਫਾਲਤੂ ਕੰਟੈਂਟ ਕੁਛ ਨਹੀਂ ਪੜ੍ਹਨਾ। ਠੀਕ ਹੈ, ਜਿਹੜਾ ਤੁਹਾਡੇ ਪੇਪਰ ਦੇ ਲਈ ਇੰਪੋਰਟੈਂਟ ਹੈ, ਜਿੱਥੋਂ ਕੁਐਸਚਨ ਬਣ ਸਕਦਾ ਅਤੇ ਪਹਿਲਾਂ ਬਣਿਆ ਵੀ ਹੋਇਆ ਤਾਂ ਉਹ ਕੁਐਸਚਨ ਆਪਾਂ ਪੜ੍ਹਨੇ ਆ। ਠੀਕ ਹੈ ਜੀ, ਤਾਂ ਇਹ 712 AD ਦੇ ਵਿੱਚ ਸਿੰਧ ਦੇ ਉੱਤੇ ਇਹਨੇ ਹਮਲਾ ਕੀਤਾ ਸੀ, ਅਤੇ ਸਿੰਧ ਦਾ ਰਾਜਾ ਕੌਣ ਸੀ? ਦਾਹਿਰ ਸੇਨ। ਠੀਕ ਹੈ, ਅਤੇ ਇਹ ਕਿੱਥੋਂ ਆਇਆ ਸੀ? ਇਹ ਈਰਾਨ ਤੋਂ ਆਇਆ ਸੀ, ਜਿਹਨੂੰ ਆਪਾਂ ਅੱਜ ਈਰਾਨ ਕਹਿੰਦੇ ਹਾਂ, ਉਸ ਟਾਈਮ 'ਤੇ ਉਹਨੂੰ ਫਾਰਸ ਕਿਹਾ ਜਾਂਦਾ ਸੀ। ਅਤੇ ਫਾਰਸ ਦਾ ਖਲੀਫਾ ਕੌਣ ਸੀ? ਅਲ ਹਜ਼ਾਜ਼ ਬਿਨ ਯੂਸਫ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਇਹ ਸਾਰੇ ਪੁਆਇੰਟ ਤੁਸੀਂ ਨੋਟ ਕਰ ਲਿਓ, ਨੋਟਸ ਆਪਣੇ ਖੁਦ ਬਣਾ ਲਓ। ਇਹ ਤੁਹਾਡੇ ਬਹੁਤ ਕੰਮ ਆਉਣ ਵਾਲੇ ਜਿੰਨੇ ਵੀ ਇਹ ਪੁਆਇੰਟ ਨੇ, ਠੀਕ ਹੈ, ਤੁਹਾਨੂੰ ਡਾਇਰੈਕਟ ਪੇਪਰਾਂ ਦੇ ਵਿੱਚ ਪੁੱਛੇ ਜਾਣਗੇ। ਠੀਕ ਹੈ ਜੀ, ਤਾਂ ਇਹ ਜਿਹੜਾ ਪਹਿਲਾ ਹਮਲਾਵਰ ਸੀ ਮੁਹੰਮਦ ਬਿਨ ਕਾਸਿਮ 712 AD। ਇਹਦੇ ਵਿੱਚ ਮੈਂ ਤੁਹਾਨੂੰ ਮੈਪ ਦੇ ਨਾਲ ਤੁਹਾਡੇ
ਵਧੀਆ ਤਰੀਕੇ ਨਾਲ ਸਮਝ ਆ ਜਾਂਦਾ ਹੈ, ਤਾਂ ਕਰਕੇ ਮੈਂ ਇਹ ਮੈਪ ਰੱਖਿਆ ਹੋਇਆ। ਠੀਕ ਹੈ, ਤਾਂ ਇਹ ਆਪਾਂ ਨੂੰ ਪਤਾ ਹੈ ਕਿ ਇਹ ਆਪਣਾ ਇੰਡੀਆ ਦੇ ਇੱਧਰਲੀ ਸਾਈਡ ਜਿਹੜਾ ਆਪਣਾ ਪਾਕਿਸਤਾਨ ਹੈ, ਅਤੇ ਇਹ ਸਾਰਾ ਆਪਣਾ ਚਾਈਨਾ ਆ ਗਿਆ। ਠੀਕ ਹੈ, ਇੱਧਰ ਆਪਣਾ ਅਫਗਾਨਿਸਤਾਨ ਆ ਗਿਆ। ਤਾਂ ਸਿੰਧ ਕਿੱਥੇ ਜੇ ਇੱਥੇ ਮਤਲਬ ਇਹ ਜਿਹੜੀ ਜਗ੍ਹਾ ਹੈ ਇਹ ਇੱਥੇ ਸਿੰਧ ਹੈਗਾ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਇਹ ਸਿੰਧ ਹੈ, ਇੱਧਰ ਈਰਾਨ ਹੈ, ਅਤੇ ਇੱਥੋਂ ਡਾਇਰੈਕਟ ਇਹ ਹਮਲਾ ਕਰਦੇ ਸੀ। ਠੀਕ ਹੈ ਜੀ, ਤਾਂ ਇਹ ਸਾਰੀ ਮਤਲਬ ਬੈਲਟ ਦੇ ਵਿੱਚ ਇਹ ਹਮਲਾ ਕਰਕੇ ਇੱਥੋਂ ਚਲੇ ਜਾਂਦੇ ਸੀ। ਠੀਕ ਹੈ, ਤਾਂ ਇਹ ਤੁਸੀਂ ਯਾਦ ਰੱਖਣਾ। ਤਾਂ ਇੰਡੀਆ ਦੇ ਵਿੱਚ ਇੱਧਰ ਆਪਣਾ ਅਰੇਬੀਅਨ ਸੀ ਹੈ, ਇਹ ਵੀ ਤੁਸੀਂ ਯਾਦ ਰੱਖਣਾ। ਇਹ ਆਪਣਾ ਅਰੇਬੀਅਨ ਸੀ ਹੈ, ਇਹ ਆਪਣੀ ਬੇ ਆਫ ਬੰਗਾਲ ਹੈ। ਠੀਕ ਹੈ ਜੀ, ਤਾਂ ਇਹ ਸਾਰਾ ਚਾਈਨਾ ਆ ਗਿਆ। ਇਹ ਤੁਸੀਂ ਮੈਪ ਦੇ ਥਰੂ ਨਾ ਮਤਲਬ ਯਾਦ ਕਰਨ ਦਾ ਇੱਕ ਵਧੀਆ ਤਰੀਕਾ ਇਹ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਤਾਂ ਇਸ ਟਾਈਮ 'ਤੇ ਮਤਲਬ ਇੱਥੇ ਆਪਣਾ ਈਰਾਨ ਸੀ, ਤਾਂ ਇਹ ਡਾਇਰੈਕਟ ਹਮਲਾ ਬੋਲਦੇ ਸੀ ਸਿੰਧ ਦੇ ਉੱਤੇ। ਸਿੰਧ ਦੇ ਉੱਤੋਂ ਮਤਲਬ ਇਹ ਇੰਡੀਆ ਦੇ ਵਿੱਚ ਦਾਖਲ ਹੋ ਕੇ ਤਾਂ ਇਹ ਸਾਰਾ ਇਲਾਕਾ ਲੁੱਟ ਕੇ ਲੈ ਜਾਂਦੇ ਸੀ। ਠੀਕ ਹੈ, ਤਾਂ ਜ਼ਿਆਦਾਤਰ ਉਦੋਂ ਮਤਲਬ ਜਿਹੜੇ ਮੁਸਲਿਮ ਇਨਵੇਡਰ ਆਉਂਦੇ ਸੀ, ਉਹਨਾਂ ਦਾ ਮੇਨ ਜਿਹੜਾ ਮਕਸਦ ਹੁੰਦਾ ਸੀ ਉਹ ਲੁੱਟਣਾ ਹੀ ਹੁੰਦਾ ਸੀ। ਠੀਕ ਹੈ, ਕਿਉਂਕਿ ਇੰਡੀਆ ਇੱਕ ਬਹੁਤ ਅਮੀਰ ਦੇਸ਼ ਰਿਹਾ ਸਟਾਰਟਿੰਗ ਤੋਂ ਹੀ, ਤਾਂ ਇੱਥੋਂ ਹਰ ਇੱਕ ਚੀਜ਼ ਆਪਾਂ ਨੂੰ ਉਪਲਬਧ ਹੁੰਦੀ ਸੀ, ਤਾਂ ਕਰਕੇ ਇੱਥੇ ਹਮਲਾਵਰ ਜਿਹੜੇ ਆਉਂਦੇ ਸੀ। ਠੀਕ ਹੈ ਜੀ, ਤਾਂ ਇਹ ਤੁਸੀਂ ਯਾਦ ਰੱਖਿਓ। ਪਹਿਲਾ ਜਿਹੜਾ ਆਪਣਾ ਹਮਲਾਵਰ ਸੀ ਮੁਹੰਮਦ ਬਿਨ ਕਾਸਿਮ। ਦੂਸਰਾ ਜਿਹੜਾ ਆਪਣਾ ਇਨਵੇਡਰ ਹੈ ਇਹ ਬਹੁਤ ਫੇਮਸ ਹੈ। ਠੀਕ ਹੈ, ਇਹਦੇ ਬਾਰੇ ਵੀ ਆਪਾਂ ਨੂੰ ਡਾਇਰੈਕਟ ਕੁਐਸਚਨ ਪੇਪਰਾਂ ਦੇ ਵਿੱਚ ਪੁੱਛੇ ਜਾਂਦੇ ਨੇ, ਇਹ ਤੁਸੀਂ ਯਾਦ ਰੱਖਿਓ। ਇਹਦਾ ਨਾਮ ਸੀ ਮਹਿਮੂਦ ਗਜ਼ਨਵੀ। ਠੀਕ ਹੈ ਜੀ, ਮਹਿਮੂਦ ਗਜ਼ਨਵੀ। ਤਾਂ ਕਈ ਵਾਰੀ ਇਹ ਪੁੱਛ ਲੈਂਦੇ ਨੇ, ਵੈਸੇ ਜ਼ਿਆਦਾ ਡੀਪਲੀ ਤਾਂ ਨਹੀਂ ਪੁੱਛਦੇ, ਬਟ ਜੇ ਕਈ ਵਾਰੀ ਬਾਏ ਚਾਂਸ ਕੁਐਸਚਨ ਆ ਜਾਂਦਾ ਕਿ ਇਹ ਗੱਦੀ 'ਤੇ ਕਦੋਂ ਬੈਠਿਆ ਸੀ, ਤਾਂ ਇਹ 998 AD ਦੇ ਵਿੱਚ ਗੱਦੀ ਦੇ ਉੱਤੇ ਬੈਠ ਗਿਆ ਸੀ। ਠੀਕ ਹੈ, ਤਾਂ ਗਜ਼ਨੀ ਕਿੱਥੇ ਹੈ? ਅਫਗਾਨਿਸਤਾਨ ਦੇ ਵਿੱਚ ਹੈ। ਠੀਕ ਹੈ, ਅਫਗਾਨਿਸਤਾਨ ਦੇ ਵਿੱਚ ਹੈ। ਤਾਂ ਇਹ ਮੈਂ ਤੁਹਾਨੂੰ ਮੈਪ ਮੈਂ ਤਾਂ ਕਰਕੇ ਰੱਖਿਆ ਕਿ ਤੁਹਾਨੂੰ ਨਾਲ ਯਾਦ ਹੋ ਜੇ। ਠੀਕ ਹੈ ਜੀ, ਤਾਂ ਅਫਗਾਨਿਸਤਾਨ ਇੱਥੇ ਕਿੱਥੇ ਹੈ? ਇਹ ਅਫਗਾਨਿਸਤਾਨ ਹੈ। ਠੀਕ ਹੈ ਜੀ, ਇਹ ਅਫਗਾਨਿਸਤਾਨ ਹੈ। ਤਾਂ ਇੱਥੋਂ ਦਾ ਇਹ ਮਤਲਬ ਰਾਜਾ ਸੀਗਾ ਅਫਗਾਨਿਸਤਾਨ ਦਾ। ਠੀਕ ਹੈ, ਤਾਂ ਇਹ ਸਿੱਧੇ ਡਾਇਰੈਕਟ ਹਮਲਾ ਬੋਲਦੇ ਸੀ ਇੰਡੀਆ ਦੇ ਉੱਤੇ। ਠੀਕ ਹੈ ਜੀ, ਤਾਂ ਇਹ ਤੁਸੀਂ ਯਾਦ ਰੱਖਿਓ। ਮਹਿਮੂਦ ਗਜ਼ਨਵੀ ਕਿੱਥੋਂ ਦਾ ਸੀ? ਇਹ ਅਫਗਾਨਿਸਤਾਨ ਦਾ ਸੀਗਾ ਰਹਿਣ ਵਾਲਾ। ਗਜ਼ਨੀ ਉੱਥੇ ਇੱਕ ਇਲਾਕਾ ਹੈਗਾ ਅਫਗਾਨਿਸਤਾਨ ਦੇ ਵਿੱਚ, ਉੱਥੋਂ ਦਾ ਇਹ ਰਹਿਣ ਵਾਲਾ ਸੀ। ਕਈ ਵਾਰੀ ਇਹਦੇ ਫਾਦਰ ਦਾ ਨਾਮ ਪੁੱਛ ਲਿਆ ਜਾਂਦਾ। ਫਾਦਰ ਦਾ ਨਾਮ ਸੀਗਾ ਸਬੁਕਤਗੀਨ। ਸਬੁਕਤਗੀਨ ਦੇ ਦੋ ਪੁੱਤਰ ਸੀਗੇ, ਇੱਕ ਦਾ ਨਾਮ ਸੀ ਇਸਮਾਈਲ, ਇੱਕ ਦਾ ਨਾਮ ਸੀ ਮਹਿਮੂਦ। ਠੀਕ ਹੈ ਜੀ, ਕਿਉਂਕਿ ਮਹਿਮੂਦ ਵੱਡਾ ਸੀ, ਤਾਂ ਕਰਕੇ ਜਦੋਂ ਇਹਦੇ ਮਤਲਬ ਪਿਤਾ ਜੀ ਦੀ ਡੈਥ ਹੋ ਗਈ ਸਬੁਕਤਗੀਨ ਦੀ, ਤਾਂ ਇਹ ਗੱਦੀ 'ਤੇ ਬੈਠਿਆ ਮਹਿਮੂਦ ਗਜ਼ਨਵੀ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਿਓ। ਇਹ ਫੇਮਸ ਕਿਉਂ ਹੈ? ਇਹ ਤਾਂ ਕਰਕੇ ਫੇਮਸ ਹੈ ਕਿਉਂਕਿ ਇਹਨੇ ਇੰਡੀਆ ਦੇ ਉੱਤੇ ਲਗਾਤਾਰ ਮਤਲਬ 17 ਹਮਲੇ ਕੀਤੇ ਸੀ। ਇਹ ਪੁੱਛ ਲਿਆ ਜਾਂਦਾ ਕਿ 17 ਹਮਲੇ ਕਰਨ ਵਾਲਾ ਉਹ ਕੌਣ ਸੀ, ਤਾਂ ਉਹ ਸੀਗਾ ਆਪਣਾ ਮਹਿਮੂਦ ਗਜ਼ਨਵੀ। ਠੀਕ ਹੈ ਜੀ, ਗਜ਼ਨੀ ਤੋਂ ਸੀਗਾ ਇਹ ਮਹਿਮੂਦ ਗਜ਼ਨਵੀ ਇਹਦਾ ਨਾਮ ਸੀ। 17 ਹਮਲੇ ਕੀਤੇ ਸੀ ਇਹਨੇ 1001 ਤੋਂ ਲੈ ਕੇ 1027 ਤੱਕ। ਬਟ ਆਪਾਂ ਸਾਰੇ ਹਮਲੇ ਇਹਦੇ ਯਾਦ ਨਹੀਂ ਰੱਖਣੇ, ਜਿਹੜੇ ਫੇਮਸ ਨੇ ਸਿਰਫ ਉਹ ਯਾਦ ਰੱਖਣੇ ਆ। ਠੀਕ ਹੈ ਜੀ, ਤਾਂ ਜਿਹੜੇ ਇਹਦੇ ਫੇਮਸ ਅਟੈਕ ਹੈ, ਠੀਕ ਹੈ ਜੀ, ਤਾਂ ਫੇਮਸ ਅਟੈਕ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਪੁੱਛ ਲਿਆ ਜਾਂਦਾ ਉਹ ਪੁੱਛ ਲਿਆ ਜਾਂਦਾ ਸੋਮਨਾਥ ਮੰਦਰ ਹੈ, ਜਿਹੜਾ ਆਪਣਾ ਗੁਜਰਾਤ ਦੇ ਵਿੱਚ ਹੈ। ਬਹੁਤ ਮਤਲਬ ਫੇਮਸ ਮੰਦਰ ਹੈ। ਤਾਂ ਇੱਥੇ ਇਹਨੇ ਹਮਲਾ ਕੀਤਾ ਸੀ। ਇਹ ਮਤਲਬ ਮੰਦਰ ਦੇ ਦਰਵਾਜ਼ੇ, ਕਿਉਂਕਿ ਉਹ ਚਾਂਦੀ ਦੇ ਬਣੇ ਹੋਏ ਦਰਵਾਜ਼ੇ ਸੀ, ਸੋਨਾ ਵਗੈਰਾ ਬਹੁਤ ਜ਼ਿਆਦਾ ਸੀਗਾ ਮੰਦਰ ਦੇ ਵਿੱਚ, ਉਹ ਸਾਰਾ ਇਹ ਲੁੱਟ ਕੇ ਲੈ ਗਿਆ ਸੀ। ਤਾਂ ਉਹ ਇਹਦਾ ਕਿਹੜਾ ਅਟੈਕ ਸੀ ਇਹ ਪੁੱਛ ਲਿਆ ਜਾਂਦਾ ਕਈ ਵਾਰੀ, ਜੇ ਜ਼ਿਆਦਾ ਡੀਪਲੀ ਪੁੱਛਦੇ ਆ। ਉਹ ਇਹਦਾ 16ਵਾਂ ਅਟੈਕ ਸੀ, ਇਹ ਤੁਸੀਂ ਯਾਦ ਰੱਖਣਾ। 1025 ਦੇ ਵਿੱਚ ਇਹਨੇ ਅਟੈਕ ਕੀਤਾ ਸੀ ਸੋਮਨਾਥ ਮੰਦਰ ਦੇ ਉੱਤੇ, ਅਤੇ ਉਹਦਾ 16ਵਾਂ ਅਟੈਕ ਸੀ। ਠੀਕ ਹੈ ਜੀ, ਅਤੇ ਸੋਮਨਾਥ ਮੰਦਰ 'ਤੇ ਇੱਕ ਇਹਨੇ ਕੀਤਾ ਸੀ 1018 ਦੇ ਵਿੱਚ। ਠੀਕ ਹੈ, 1018 ਦੇ ਵਿੱਚ ਜਿਹੜਾ ਇਹਦਾ ਹਮਲਾ ਸੀ ਉਹ ਸੀਗਾ ਮਥੁਰਾ ਦੇ ਉੱਤੇ। ਠੀਕ ਹੈ ਜੀ, ਤਾਂ ਜ਼ਿਆਦਾਤਰ ਜਿਹੜਾ ਇਹਦਾ ਫੇਮਸ ਆ ਉਹ 16ਵਾਂ ਅਟੈਕ ਹੀ ਹੈ, ਜਿਹੜਾ ਕਿ 1025 ਦੇ ਵਿੱਚ ਸੋਮਨਾਥ ਮੰਦਰ ਦੇ ਉੱਤੇ ਕੀਤਾ ਸੀ। ਮਹਿਮੂਦ ਗਜ਼ਨਵੀ, ਇਹ ਤੁਸੀਂ ਯਾਦ ਰੱਖਿਓ। ਬਸ ਇਹਦੇ ਆਪਾਂ 1-2 ਹਮਲੇ ਯਾਦ ਰੱਖਣੇ ਨੇ। ਵੈਸੇ ਇਹ ਪੁੱਛ ਲਿਆ ਜਾਂਦਾ ਕਿ ਇਹਨੇ ਕਿੰਨੇ ਹਮਲੇ ਕੀਤੇ, ਜਿਹੜਾ ਜ਼ਿਆਦਾ ਕੁਐਸਚਨ ਆਉਂਦਾ ਉਹ ਹੈ ਕਿ ਇਹਨੇ 17 ਹਮਲੇ ਕੀਤੇ ਸੀ 1001 ਤੋਂ ਲੈ ਕੇ 1027 ਤੱਕ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ। ਇਹ ਮਿਡੀਵਲ ਹਿਸਟਰੀ ਦਾ ਮਤਲਬ ਇੱਕ ਬੈਕਗਰਾਊਂਡ ਹੈ ਕਿ ਮਿਡੀਵਲ ਹਿਸਟਰੀ ਜਦੋਂ ਆਪਣੀ ਸਟਾਰਟ ਹੁੰਦੀ ਹੈ ਉਸ ਤੋਂ ਪਹਿਲਾਂ ਕੀ ਮਾਹੌਲ ਸੀ। ਠੀਕ ਹੈ ਜੀ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤੀਸਰਾ ਜਿਹੜਾ ਆਪਣਾ ਹਮਲਾਵਰ ਹੈ ਇਹਦਾ ਨਾਮ ਹੈ ਮੁਹੰਮਦ ਗੌਰੀ। ਠੀਕ ਹੈ ਜੀ, ਮੁਹੰਮਦ ਗੌਰੀ ਨੇ ਟੋਟਲ 5 ਅਟੈਕ ਕੀਤੇ ਸੀ, ਅਤੇ 5 ਦੇ 5 ਉਹ ਬਹੁਤ ਫੇਮਸ ਨੇਗੇ। ਠੀਕ ਹੈ, ਇਹ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ। ਸਭ ਤੋਂ ਪਹਿਲਾਂ ਜਿਹੜਾ ਇਹਨੇ ਅਟੈਕ ਕੀਤਾ ਸੀ ਉਹ ਕੀਤਾ ਸੀ 1175 ਈਸਵੀ ਦੇ ਵਿੱਚ, ਅਤੇ ਇਹਨੇ ਕੀਤਾ ਸੀ ਮੁਲਤਾਨ ਦੇ ਉੱਤੇ ਹਮਲਾ। ਠੀਕ ਹੈ ਜੀ, ਮੁਲਤਾਨ ਦੇ ਉੱਤੇ ਹਮਲਾ ਕੀਤਾ ਸੀ, ਅਤੇ ਮੁਲਤਾਨ ਦਾ ਜਿਹੜਾ ਰਾਜਾ ਸੀ ਉਹ ਕਿਹੜਾ ਸੀਗਾ? ਮੂਲ ਰਾਜ ਫਸਟ, ਅਤੇ ਇਹ ਇਹਨੇ ਜਿੱਤ ਲਿਆ ਸੀ। ਠੀਕ ਹੈ, ਇਹ ਜਿਹੜਾ ਹਮਲਾ ਸੀ ਇਹਦੇ ਵਿੱਚ ਇਹਦੀ ਜਿੱਤ ਹੋਈ ਸੀ ਮੁਹੰਮਦ ਗੌਰੀ ਦੀ। ਠੀਕ ਹੈ ਜੀ, ਅਗਲਾ ਜਿਹੜਾ ਆਪਣਾ ਅਟੈਕ ਹੈ ਉਹ ਕੀਤਾ ਸੀ ਇਹਨੇ 3 ਸਾਲ ਬਾਅਦ 1178 ਦੇ ਵਿੱਚ। ਇਹ ਕੀਤਾ ਸੀ ਮਾਊਂਟ ਆਬੂ ਰਾਜਸਥਾਨ ਦੇ ਵਿੱਚ ਹੈ ਜਿਹੜਾ। ਠੀਕ ਹੈ, ਮਾਊਂਟ ਆਬੂ ਰਾਜਸਥਾਨ ਦੇ ਵਿੱਚ, ਅਤੇ ਉੱਥੋਂ ਦਾ ਰਾਜਾ ਕੌਣ ਸੀ? ਭੀਮਦੇਵ ਸੈਕਿੰਡ।
ਇਹ ਹਾਰ ਗਿਆ ਸੀ, ਇਹ ਹਮਲੇ ਦੇ ਵਿੱਚ ਇਹ ਹਾਰ ਗਿਆ ਸੀ। ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਜ਼ਿਆਦਾ ਜਿਹੜੇ ਬਹੁਤ ਫੇਮਸ ਨੇ, ਜਿਹੜੇ ਤੁਹਾਨੂੰ ਹਰ ਇੱਕ ਪੇਪਰ ਦੇ ਵਿੱਚ ਪੁੱਛੇ ਗਏ ਨੇ, ਜ਼ਿਆਦਾਤਰ ਤੁਸੀਂ ਪਿਛਲੇ ਪੇਪਰ ਚੱਕ ਲਓ, ਇਹ ਹਮਲਿਆਂ ਬਾਰੇ ਤੁਹਾਨੂੰ ਪੁੱਛਿਆ ਹੀ ਗਿਆ। ਬੈਟਲ ਆਫ ਤਰਾਈਨ ਜਿਹਨੂੰ ਕਿਹਾ ਜਾਂਦਾ, ਤਰਾਈਨ ਦੀ ਲੜਾਈ 1191 ਤੇ 1192। ਠੀਕ ਹੈ, 2 ਲੜਾਈਆਂ ਹੋਈਆਂ ਸੀ। ਪਹਿਲੀ ਲੜਾਈ ਇਹ ਹਾਰਿਆ ਸੀ, ਅਤੇ ਕਿਹਦੇ ਨਾਲ ਹੋਈ ਸੀ ਇਹ ਲੜਾਈ? ਇਹ ਹੋਈ ਸੀ ਇਹਦੀ ਪ੍ਰਿਥਵੀ ਰਾਜ ਚੌਹਾਨ ਦੇ ਨਾਲ। ਠੀਕ ਹੈ ਜੀ, ਪ੍ਰਿਥਵੀ ਰਾਜ ਚੌਹਾਨ ਦੇ ਨਾਲ, ਤਾਂ ਇਹ ਲੋਸਟ ਹੋਇਆ ਸੀ ਪਹਿਲੀ ਦੇ ਵਿੱਚ। ਠੀਕ ਹੈ, ਦੂਸਰੀ ਲੜਾਈ ਫਿਰ ਅਗੇਨ ਹੋਈ ਸੀ ਤਰਾਈਨ ਦੀ, ਇਹ ਵੀ ਇਹਦੀ ਪ੍ਰਿਥਵੀ ਰਾਜ ਚੌਹਾਨ ਦੇ ਨਾਲ ਹੀ ਹੋਈ ਸੀ, ਅਤੇ ਇਹਦੇ ਵਿੱਚ ਇਹ ਜਿੱਤ ਗਿਆ ਸੀ। ਠੀਕ ਹੈ ਜੀ, ਜਿਹੜਾ ਆਪਣਾ ਮੁਹੰਮਦ ਗੌਰੀ ਸੀ, ਇਹ ਤੁਸੀਂ ਯਾਦ ਰੱਖਣਾ। ਤਾਂ ਜਦੋਂ ਇਹ ਜਿੱਤ ਗਿਆ ਸੀ, ਕਿਉਂਕਿ ਪ੍ਰਿਥਵੀ ਰਾਜ ਚੌਹਾਨ ਇੱਕ ਬਹੁਤ ਮਤਲਬ ਕਿ ਫੇਮਸ ਰਾਜਾ ਸੀ, ਜਦੋਂ ਉਹਨੂੰ ਹਰਾ ਕੇ ਇਹ ਜਿੱਤ ਗਿਆ, ਤਾਂ ਉਸ ਤੋਂ ਬਾਅਦ ਇਹਨੇ ਮਤਲਬ ਇੱਕ ਇਹਦੇ ਨਾਲ ਇਹਦਾ ਸਲੇਵ ਵੀ ਆਇਆ ਸੀ, ਉਹ ਵੀ ਆਪਾਂ ਅੱਗੇ ਪੜ੍ਹਦੇ ਹਾਂ। ਠੀਕ ਹੈ, ਅਗਲੀ ਜਿਹੜੀ ਇਹਦੀ ਲਾਸਟ ਲੜਾਈ ਹੈ ਉਹ ਵੀ ਤੁਸੀਂ ਯਾਦ ਰੱਖਣੀ, 1194 ਦੇ ਵਿੱਚ। ਠੀਕ ਹੈ, ਇਹ ਹੈਗੀ ਬੈਟਲ ਆਫ ਚੰਦਾਵਰ, ਇਹ ਜੈ ਚੰਦ ਦੇ ਨਾਲ ਹੋਈ ਸੀ, ਜਿਹੜਾ ਰਾਜਾ ਸੀ, ਇਹ ਜਿੱਤ ਗਿਆ ਸੀ। ਠੀਕ ਹੈ ਜੀ, ਇਸ ਤੋਂ ਬਾਅਦ ਇਹ ਜਿੱਤਣ ਲੱਗ ਗਿਆ ਸੀ। ਠੀਕ ਹੈ, ਬਟ ਇਹਨਾਂ ਦਾ ਜਿਹੜਾ ਮੇਨ ਮਕਸਦ ਹੁੰਦਾ ਸੀ, ਉਹ ਹੁੰਦਾ ਸੀ ਇੰਡੀਆ ਨੂੰ ਲੁੱਟਣਾ ਅਤੇ ਲੁੱਟ ਕੇ ਇੱਥੋਂ ਜਾਣਾ। ਠੀਕ ਹੈ ਜੀ, ਤਾਂ ਇੱਥੋਂ ਤੱਕ ਜਿਹੜੇ ਇਹ 3 ਹਮਲਾਵਰ ਹੋਏ ਹੈ, ਤਾਂ ਇਹਨਾਂ ਦਾ ਮਕਸਦ ਇਹੀ ਸੀ ਕਿ ਇੰਡੀਆ ਨੂੰ ਲੁੱਟੋ ਅਤੇ ਇੱਥੋਂ ਜਾਓ। ਠੀਕ ਹੈ ਜੀ, ਤਾਂ ਇਸ ਤੋਂ ਬਾਅਦ ਆਪਾਂ ਪੜ੍ਹਦੇ ਹਾਂ ਕਿ ਸ਼ੁਰੂਆਤ ਕਿਵੇਂ ਹੋਈ ਦਿੱਲੀ ਸਲਤਨਤ ਦੀ, ਮਤਲਬ ਮਿਡੀਵਲ ਹਿਸਟਰੀ ਆਪਣੀ ਸਟਾਰਟ ਕਿਵੇਂ ਹੋਈ। ਠੀਕ ਹੈ ਜੀ, ਤਾਂ ਜਦੋਂ ਮੁਹੰਮਦ ਗੌਰੀ ਜਿੱਤ ਗਿਆ ਸੀ ਕਈ ਲੜਾਈਆਂ, ਇਹਦੇ ਨਾਲ ਇਹਦਾ ਇੱਕ ਗੁਲਾਮ ਆਇਆ ਸੀ, ਜਿਹਦਾ ਨਾਮ ਸੀਗਾ ਕੁਤਬਉਦੀਨ ਐਬਕ। ਠੀਕ ਹੈ ਜੀ, ਜਿਹਨੂੰ ਆਪਾਂ ਗੁਲਾਮ ਵੰਸ਼ ਦਾ ਮਤਲਬ ਸੰਸਥਾਪਕ ਕਹਿੰਦੇ ਹਾਂ, ਜਿਹਨੇ ਗੁਲਾਮ ਵੰਸ਼ ਆਪਣੇ ਦਿੱਲੀ ਦੇ ਵਿੱਚ ਚਲਾਇਆ ਸੀ, ਤਾਂ ਉਹ ਇਹਦਾ ਇੱਕ ਗੁਲਾਮ ਸੀਗਾ। ਠੀਕ ਹੈ, ਪਹਿਲਾਂ ਗੁਲਾਮ ਪ੍ਰਥਾ ਬਹੁਤ ਹੁੰਦੀ ਸੀ। ਗੁਲਾਮ ਯਾਨੀ ਕਿ ਇੱਕ ਰਾਜਾ ਬਹੁਤ ਸਾਰੇ ਗੁਲਾਮ ਰੱਖਦਾ ਸੀ, ਯਾਨੀ ਕਿ ਉਹਨਾਂ ਤੋਂ ਮਤਲਬ ਨੌਕਰਾਂ ਵਾਂਗੂ ਉਹਨੂੰ ਰੱਖਿਆ ਜਾਂਦਾ ਸੀ, ਗੁਲਾਮ ਦੀ ਪ੍ਰਥਾ ਹੁੰਦੀ ਸੀ ਇੱਕ। ਤਾਂ ਹੁਣ ਤਾਂ ਇਹ ਮਤਲਬ ਇਹ ਚੀਜ਼ਾਂ ਹੁਣ ਤਾਂ ਨਹੀਂ ਹੈਗੀਆਂ, ਬਟ ਪਹਿਲਾਂ ਇਹ ਚੀਜ਼ਾਂ ਬਹੁਤ ਫੇਮਸ ਸੀ। ਜਿਹੜੇ ਰਾਜੇ ਕੋਲ ਜਿੰਨੇ ਵੀ ਗੁਲਾਮ ਹੁੰਦੇ ਸੀ, ਉਹ ਉਨਾ ਹੀ ਜ਼ਿਆਦਾ ਮਤਲਬ ਸਟਰੋਂਗ ਹੁੰਦਾ ਸੀ। ਠੀਕ ਹੈ, ਤਾਂ ਇਹਦਾ ਇੱਕ ਗੁਲਾਮ ਸੀ ਕੁਤਬਉਦੀਨ ਐਬਕ। ਠੀਕ ਹੈ, ਕੁਤਬਉਦੀਨ ਐਬਕ ਨੇ ਮਤਲਬ ਜਿਹੜੀ ਸਟਾਰਟ ਕੀਤੀ ਸੀ ਆਪਣੀ ਸਲੇਵ ਡਾਇਨੈਸਟੀ, ਤਾਂ ਕੁਤਬਉਦੀਨ ਐਬਕ ਤੋਂ ਬਾਅਦ ਇਹ ਇੱਥੇ ਰਹਿਣ ਲੱਗ ਗਈ ਸੀ, ਜਿਵੇਂ ਦਿੱਲੀ ਦੇ ਉੱਤੇ ਨੇ ਆਪਦਾ ਕਬਜ਼ਾ ਕਰ ਲਿਆ ਸੀ। ਬਟ ਇਹ ਤੋਂ ਪਹਿਲਾਂ ਆਪਣੇ ਤਿੰਨ ਆਪਣੇ ਅਟੈਕਰ ਆਏ ਨੇ। ਸਭ ਤੋਂ ਪਹਿਲਾਂ ਆਇਆ ਮੁਹੰਮਦ ਬਿਨ ਕਾਸਿਮ, ਜਿਹਨੇ 712 AD ਦੇ ਵਿੱਚ ਹਮਲਾ ਕੀਤਾ ਸੀ, ਉਹ ਵੀ ਇੱਥੋਂ ਹਮਲਾ ਕਰਕੇ ਲੁੱਟ ਕੇ ਮਤਲਬ ਮਾਲ ਸਾਰਾ ਉਹ ਇੱਥੋਂ ਚੱਲ ਗਿਆ ਸੀ। ਦੂਸਰਾ ਆਇਆ ਸੀ ਮਹਿਮੂਦ ਗਜਨਵੀ, ਇਹਨੇ 17 ਹਮਲੇ ਕੀਤੇ, ਬਟ ਇਹਨੇ ਇੱਥੇ ਇੰਡੀਆ ਦੇ ਵਿੱਚ ਆਪਣਾ ਰਾਜ ਐਸਟੈਬਲਿਸ਼ ਨਹੀਂ ਕੀਤਾ। ਇਹਦਾ ਮੇਨ ਮਕਸਦ ਇਹੀ ਸੀ ਕਿ ਮੈਂ ਇੱਥੋਂ ਲੁੱਟਾਂ ਅਤੇ ਜਾਵਾਂ। ਠੀਕ ਹੈ, ਅਤੇ ਮੁਹੰਮਦ ਗੌਰੀ ਵੀ ਮਤਲਬ ਬੇਸ਼ੱਕ ਉਹ ਕਈ ਲੜਾਈਆਂ ਇੱਥੋਂ ਜਿੱਤ ਗਿਆ ਸੀ, ਬਟ ਉਹਦਾ ਵੀ ਕੰਮ ਇਹੀ ਸੀ ਕਿ ਮੈਂ ਇੱਥੋਂ ਲੁੱਟਾਂ ਅਤੇ ਇੱਥੋਂ ਜਾਵਾਂ। ਠੀਕ ਹੈ, ਬਟ ਇਹਦਾ ਇੱਕ ਗੁਲਾਮ ਸੀ ਕੁਤਬਉਦੀਨ ਐਬਕ, ਇਹ ਦਿੱਲੀ ਦੇ ਵਿੱਚ ਰਹਿ ਗਿਆ ਸੀ। ਠੀਕ ਹੈ, ਦਿੱਲੀ ਦੇ ਵਿੱਚ ਇਹਦੇ ਨਾਲ 2 ਬੰਦੇ ਆਏ ਸੀ, 2 ਉਹਨਾਂ ਨੂੰ ਸੰਤ ਫਕੀਰ ਕਹਾਂਗੇ ਆਪਾਂ, 2 ਸੰਤ ਆਏ ਸੀ। ਉਹਨਾਂ ਦੇ ਨਾਮ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ, ਬਹੁਤ ਇੰਪੋਰਟੈਂਟ ਨੇ। ਇੱਕ ਦਾ ਨਾਮ ਹੈ ਕੁਤਬਉਦੀਨ ਬਖਤਿਆਰ ਕਾਕੀ, ਅਤੇ ਦੂਸਰੇ ਦਾ ਨਾਮ ਹੈ ਮੁਇਨਉਦੀਨ ਚਿਸ਼ਤੀ। ਠੀਕ ਹੈ ਜੀ, ਜਿਹੜਾ ਕੁਤਬਉਦੀਨ ਬਖਤਿਆਰ ਕਾਕੀ ਸੀ, ਇਹ ਤਾਂ ਆ ਕੇ ਠਹਿਰਿਆ ਸੀ ਦਿੱਲੀ ਦੇ ਵਿੱਚ, ਅਤੇ ਜਿਹੜਾ ਸੀ ਮੁਇਨਉਦੀਨ ਚਿਸ਼ਤੀ, ਇਹ ਠਹਿਰਿਆ ਸੀ ਅਜਮੇਰ ਦੇ ਵਿੱਚ, ਰਾਜਸਥਾਨ ਦੇ ਵਿੱਚ। ਠੀਕ ਹੈ ਜੀ, ਰਾਜਸਥਾਨ ਦੇ ਵਿੱਚ ਠਹਿਰਿਆ ਸੀਗਾ ਇਹ। ਤਾਂ 2 ਬੰਦੇ ਇਹਦੇ ਨਾਲ ਆਏ ਸੀਗੇ। ਠੀਕ ਹੈ, ਤਾਂ ਇਹ ਮਤਲਬ ਜਿਹੜਾ ਆਪਾਂ ਨੂੰ ਪੁੱਛਿਆ ਜਾਂਦਾ ਕਿ ਕੁਤਬ ਮੀਨਾਰ, ਠੀਕ ਹੈ, ਕੁਤਬ ਮੀਨਾਰ ਜਿਹੜਾ ਬਣਾਇਆ ਗਿਆ, ਉਹ ਕਿਹਨੇ ਬਣਾਇਆ? ਉਹ ਬਣਾਇਆ ਤਾਂ ਕੁਤਬਉਦੀਨ ਐਬਕ ਨੇ, ਬਟ ਕਿਹਦੀ ਯਾਦ ਦੇ ਵਿੱਚ? ਕੁਤਬ ਮੀਨਾਰ ਜਿਹੜਾ ਬਣਾਇਆ ਗਾ, ਉਹ ਬਣਾਇਆ ਕੁਤਬਉਦੀਨ ਬਖਤਿਆਰ ਕਾਕੀ, ਜਿਹੜਾ ਕਿ ਇਹਦੇ ਨਾਲ ਸੰਤ ਫਕੀਰ ਆਇਆ ਸੀ। ਠੀਕ ਹੈ, ਤਾਂ ਦਿੱਲੀ ਦੇ ਵਿੱਚ। ਠੀਕ ਹੈ ਜੀ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਕਿ ਇੱਕ ਬਣਾਇਆ ਅਜਮੇਰ ਦੇ ਵਿੱਚ 28 ਦਿਨ ਕਾ ਝੋਪੜਾ, ਇਹ ਵੀ ਬਹੁਤ ਫੇਮਸ ਹੈ। ਇਹ ਦੋਨਾਂ ਬਾਰੇ ਜਿਹੜੇ ਕੁਐਸਚਨ ਆ ਬਹੁਤ ਆਉਂਦੇ ਹੁੰਦੇ ਨੇ। 28 ਦਿਨ ਕਾ ਝੋਪੜਾ ਇਹ ਬਣਾਇਆ ਸੀ, ਜਿਹੜਾ ਉਹਦੇ ਨਾਲ ਸੰਤ ਫਕੀਰ ਇੱਕ ਹੋਰ ਆਇਆ ਸੀ ਮੁਇਨਉਦੀਨ ਚਿਸ਼ਤੀ। ਠੀਕ ਹੈ ਜੀ, ਇਹਦੀ ਯਾਦ ਦੇ ਵਿੱਚ 28 ਦਿਨ ਕਾ ਝੋਪੜਾ ਕਿੱਥੇ ਹੈ? ਇਹ ਅਜਮੇਰ ਦੇ ਵਿੱਚ, ਰਾਜਸਥਾਨ ਦੇ ਵਿੱਚ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। 28 ਦਿਨ ਕਾ ਝੋਪੜਾ ਕਿਹਦੀ ਯਾਦ ਦੇ ਵਿੱਚ? ਮੁਇਨਉਦੀਨ ਚਿਸ਼ਤੀ ਦੇ ਵਿੱਚ, ਬਟ ਬਣਾਇਆ ਕਿਹਨੇ ਹੈ? ਕੁਤਬਉਦੀਨ ਐਬਕ ਨੇ। ਠੀਕ ਹੈ ਜੀ, ਕਿਉਂਕਿ ਇਹਦੇ ਨਾਲ ਆਏ ਸੀ ਇਹ ਦੋਨੋਂ ਸੰਤ ਫਕੀਰ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਿਓ। ਤਾਂ ਇਹ ਜਿਹੜੇ ਮੇਨ ਪੁਆਇੰਟ ਨੇ, ਇਹ ਮੈਂ ਤੁਹਾਨੂੰ ਸਲਾਈਡਸ ਦੇ ਵਿੱਚ ਕਵਰ ਕਰਵਾ ਦਿੱਤੇ ਨੇ। ਠੀਕ ਹੈ ਜੀ, ਇਸ ਤੋਂ ਬਾਅਦ ਆਪਾਂ ਅੱਗੇ ਕੁਐਸਚਨ ਦੀ ਫਾਰਮ ਦੇ ਵਿੱਚ ਇਹਨੂੰ ਕਵਰ ਕਰਾਂਗੇ। ਕੁਐਸਚਨ ਦੀ ਫਾਰਮ ਦੇ ਵਿੱਚ ਕਵਰ ਕਰਨ ਦਾ ਮਕਸਦ ਇਹ ਹੁੰਦਾ ਹੈ ਕਿ ਤੁਹਾਡਾ ਜਿਹੜਾ ਕੌਨਫੀਡੈਂਸ ਲੈਵਲ ਹੈ ਉਹ ਵਧੀਆ ਹੋ ਜੇ। ਠੀਕ ਹੈ, ਕੁਐਸਚਨ ਤੁਹਾਨੂੰ ਪਤਾ ਲੱਗ ਜਾਣ ਕਿਉਂਕਿ ਜੇ ਮੈਂ ਤੁਹਾਨੂੰ ਸਿਰਫ ਕਨਸੈਪਟ ਕਲੀਅਰ ਕਰਵਾਊਂ ਤਾਂ ਉਹਦੇ ਨਾਲ ਤੁਹਾਡਾ ਕੌਨਫੀਡੈਂਸ ਲੈਵਲ ਨਹੀਂ ਬਣਨਾ। ਠੀਕ ਹੈ ਜੀ, ਕਿਉਂਕਿ ਕੁਐਸਚਨ ਆਪਾਂ ਕਿਤੋਂ ਵੀ ਕਰ ਸਕਦੇ ਹਾਂ, YouTube ਦੇ ਉੱਤੋਂ। ਠੀਕ ਹੈ, ਬਟ ਆਪਣਾ ਇੱਕ ਅਲੱਗ ਵੇ ਹੈ ਤੁਹਾਨੂੰ ਯਾਦ ਕਰਵਾਉਣ ਦਾ। ਠੀਕ ਹੈ, ਤੁਹਾਨੂੰ ਮੈਂ ਕਨਸੈਪਟ ਵੀ ਕਲੀਅਰ ਕਰਵਾਉਣੇ ਆਉਣ ਵਾਲੀਆਂ ਸਾਰੀਆਂ ਕਲਾਸਿਸ ਦੇ ਵਿੱਚ, ਇੱਕ ਕਨਸੈਪਟ ਤੁਹਾਡਾ ਕਲੀਅਰ ਕਰਵਾਉਣਾ, ਅਤੇ ਨਾਲ ਤੁਹਾਨੂੰ ਕੁਐਸਚਨ ਜ਼ਰੂਰ ਕਰਵਾਉਣੇ ਹਰ ਇੱਕ ਸੈਸ਼ਨ ਦੇ ਵਿੱਚ। ਠੀਕ ਹੈ, ਕਿਉਂਕਿ ਕੁਐਸਚਨ ਕਰਾਉਣੇ ਬਹੁਤ ਜ਼ਰੂਰੀ ਨੇ। ਤਾਂ ਕੁਤਬ ਮੀਨਾਰ ਕਿਹਨੇ ਬਣਵਾਇਆ? ਜਿਹੜੇ ਤੁਹਾਨੂੰ ਕੁਐਸਚਨ ਆਉਂਦੇ ਨੇ ਉਹ ਕਿਹੜੇ ਤਰੀਕੇ ਨਾਲ ਆਉਂਦੇ ਨੇ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਕੁਤਬ ਮੀਨਾਰ ਕਿਸ ਨੇ ਬਣਵਾਇਆ? ਹੂ ਬਿਲਟ ਕੁਤਬ ਮੀਨਾਰ? ਕੁਤਬ ਮੀਨਾਰ ਦਿੱਲੀ ਦੇ ਵਿੱਚ ਹੈ, ਬਹੁਤ ਫੇਮਸ ਇਮਾਰਤ ਹੈ। ਠੀਕ ਹੈ ਜੀ, ਤਾਂ ਬਣਵਾਇਆ ਕਿਸ ਨੇ? ਇਹ ਤੁਹਾਨੂੰ ਮਤਲਬ ਪੁੱਛਣ ਦਾ ਇੱਕ ਤਰੀਕਾ ਹੁੰਦਾ। ਤਾਂ ਇਹ ਡਾਇਰੈਕਟ ਹੀ ਪੁੱਛਿਆ ਗਿਆ ਕਿ ਕਿਸ ਨੇ ਬਣਵਾਇਆ।
ਤਾਂ ਕਿਸ ਦੀ ਯਾਦ ਦੇ ਵਿੱਚ ਬਣਵਾਇਆ, ਇਹ ਵੀ ਕੁਐਸਚਨ ਬਣ ਸਕਦਾ, ਠੀਕ ਹੈ। ਤਾਂ ਬਟ ਇਹ ਆਪਾਂ ਨੂੰ ਕੁਐਸਚਨ ਇਹਦੇ ਵਿੱਚ ਪੁੱਛਿਆ ਗਿਆ ਕਿ ਕਿਸ ਨੇ ਬਣਵਾਇਆ, ਤਾਂ ਇਹ ਬਣਾਇਆ ਕੁਤਬਦੀਨ ਐਬਕ ਨੇ, ਆਪਾਂ ਨੂੰ ਪਤਾ, ਠੀਕ ਹੈ ਜੀ, ਕਿਉਂਕਿ ਇਹਦੇ ਨਾਲ 2 ਸੰਤ ਫਕੀਰ ਆਏ ਸੀ, ਠੀਕ ਹੈ। ਮੈਂ ਇਹ ਵਾਰ-ਵਾਰ ਰਿਪੀਟ ਕਰਦਾ ਜਾਊਂਗਾ, ਠੀਕ ਹੈ। ਰਿਪੀਟ ਮੈਂ ਤਾਂ ਕਰਦਾ ਜਾਊਂਗਾ ਕਿ ਤੁਹਾਡੇ ਮੇਰੇ ਬੋਲਣ ਦੇ ਨਾਲ ਜਦੋਂ ਤੁਸੀਂ ਸੁਣੋਗੇ ਤਾਂ ਤੁਹਾਡੇ ਵਧੀਆ ਤਰੀਕੇ ਨਾਲ ਯਾਦ ਹੋ ਜਾਣਗੇ। ਤਾਂ ਜਿਹੜਾ ਕੁਤਬਦੀਨ ਐਬਕ ਸੀ ਬਣਵਾਇਆ ਇਹਨੇ ਸੀ, ਬਟ ਕਿਹਦੀ ਯਾਦ ਦੇ ਵਿੱਚ ਬਣਵਾਇਆ ਸੀ, ਇਨ ਦੀ ਮੈਮਰੀ ਆਫ ਕੁਤਬਦੀਨ ਬਖਤਿਆਰ ਕਾਕੀ ਦੀ ਯਾਦ ਦੇ ਵਿੱਚ, ਠੀਕ ਹੈ ਜੀ। ਇਹ ਮੈਂ ਨੀਚੇ ਮੈਂਸ਼ਨ ਕੀਤਾ ਹੋਇਆ, ਤੇ ਇਹਦਾ ਆਨਸਰ ਨੰਬਰ 2 ਆਊਗਾ। ਕੁਤਬਦੀਨ ਐਬਕ ਨੇ ਬਣਵਾਇਆ ਸੀ, ਬਟ ਕਿਹਦੀ ਯਾਦ ਦੇ ਵਿੱਚ, ਕੁਤਬਦੀਨ ਬਖਤਿਆਰ ਕਾਕੀ ਦੀ ਯਾਦ ਦੇ ਵਿੱਚ, ਠੀਕ ਹੈ ਜੀ। ਕਿਉਂਕਿ ਜਿਹੜਾ ਕੁਤਬਦੀਨ ਐਬਕ ਹੈ, ਠੀਕ ਹੈ ਜੀ, ਇਹਦਾ ਨਾਮ ਵੀ ਮਤਲਬ ਕੁਤਬਦੀਨ ਹੈ, ਪਹਿਲਾਂ ਸਭ ਤੋਂ ਪਹਿਲਾਂ ਕੁਤਬਦੀਨ ਹੈ ਇਹਦੇ ਨਾਮ ਦੇ ਅੱਗੇ। ਤਾਂ ਕੁਤਬਦੀਨ ਤੋਂ ਲੱਗਦਾ ਕਿ ਕੁਤਬ ਮੀਨਾਰ ਇਹਦੀ ਯਾਦ ਦੇ ਵਿੱਚ ਹੀ ਨਾ ਹੋਵੇ, ਠੀਕ ਹੈ। ਤਾਂ ਆਪਣੇ ਮਾਈਂਡ ਦੇ ਵਿੱਚ ਇਹ ਆ ਜਾਂਦਾ, ਬਟ ਇਹ ਕੁਤਬਦੀਨ ਬਖਤਿਆਰ ਕਾਕੀ ਦੀ ਯਾਦ ਦੇ ਵਿੱਚ ਬਣਵਾਇਆ ਸੀ, ਬਣਵਾਇਆ ਕੁਤਬਦੀਨ ਐਬਕ ਨਹੀਂ ਸੀ। ਬਸ ਇਹ ਯਾਦ ਰੱਖਣਾ ਤੁਸੀਂ, ਬਹੁਤ ਇੰਪੋਰਟੈਂਟ ਕੁਐਸਚਨ ਹੈ, ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਪਹਿਲਾ ਮੁਸਲਮਾਨ ਹਮਲਾਵਰ ਕੌਣ ਸੀ? ਪਹਿਲਾ ਜਿਹੜਾ ਮੁਸਲਿਮ ਇਨਵੇਡਰ ਸੀ ਆਪਣਾ, ਜਿਹਨੇ ਸਭ ਤੋਂ ਪਹਿਲਾਂ ਹਮਲਾ ਕੀਤਾ, ਠੀਕ ਹੈ, ਕਦੋਂ ਕੀਤਾ ਸੀ? 712 AD ਦੇ ਵਿੱਚ। 712 AD ਦੇ ਵਿੱਚ ਜਿਹੜਾ ਹਮਲਾ ਕੀਤਾ ਸੀ, ਸਭ ਤੋਂ ਪਹਿਲਾ ਹਮਲਾਵਰ ਸੀ ਆਪਣਾ, ਤਾਂ ਉਹਦਾ ਨਾਮ ਤੁਸੀਂ ਦੱਸਣਾ ਹੈ। ਮੁਹੰਮਦ ਗੌਰੀ, ਕੁਤਬਦੀਨ ਐਬਕ, ਬਖਤਿਆਰ ਕਾਕੀ ਜਾਂ ਮੁਹੰਮਦ ਬਿਨ ਕਾਸਿਮ। ਇੱਕ ਇੱਕ ਟੌਪਿਕ ਮੈਂ ਤੁਹਾਡਾ ਇਹਦੇ ਵਿੱਚ ਕਵਰ ਕਰਵਾ ਦੇਣਾ, ਠੀਕ ਹੈ ਜੀ। ਵਧੀਆ ਤਰੀਕੇ ਨਾਲ ਆਪਣੀ ਤਿਆਰੀ ਕਰੋ, ਅਤੇ ਜਿਹੜੀਆਂ ਤੁਸੀਂ ਕਲਾਸਿਸ ਅਟੈਂਡ ਕਰੋਗੇ ਨਾਲ ਨਾਲ ਆਪਣੇ ਨੋਟਸ ਜ਼ਰੂਰ ਬਣਾਓ, ਠੀਕ ਹੈ ਜੀ। ਕਿਉਂਕਿ ਆਪਾਂ ਪੂਰਾ ਨਿਚੋੜ ਕੱਢ ਕੇ ਤੁਹਾਡੇ ਅੱਗੇ ਪੇਸ਼ ਕਰਦੇ ਹਾਂ, ਇਸ ਤੋਂ ਬਾਹਰ ਤੁਹਾਨੂੰ ਇੱਕ ਵੀ ਕੁਐਸਚਨ ਨਹੀਂ ਆ ਸਕਦਾ। ਜੇ ਅਰਲੀ ਮਿਡੀਵਲ ਦੇ ਵਿੱਚੋਂ ਤੁਹਾਨੂੰ ਕੁਐਸਚਨ ਆਊਗਾ ਤਾਂ ਆਪਣੀ ਕਲਾਸ ਦੇ ਵਿੱਚੋਂ ਹੀ ਆਊਗਾ, ਇਸ ਤੋਂ ਬਾਹਰ ਤੁਹਾਨੂੰ ਨਹੀਂ ਆ ਸਕਦਾ, ਕਿਉਂਕਿ ਆਪਾਂ ਇਹਦੇ ਵਿੱਚ ਪੂਰਾ ਨਿਚੋੜ ਤੁਹਾਡੇ ਅੱਗੇ ਪੇਸ਼ ਕੀਤਾ ਹੋਇਆ, ਠੀਕ ਹੈ ਜੀ। ਤਾਂ ਪਹਿਲਾ ਹਮਲਾਵਰ ਕਿਹੜਾ ਸੀ? ਉਹ ਸੀਗਾ ਮੁਹੰਮਦ ਬਿਨ ਕਾਸਿਮ, 712 AD, ਠੀਕ ਹੈ ਜੀ। ਕਿੱਥੇ ਹਮਲਾ ਕੀਤਾ ਸੀ ਇਹਨੇ? ਸਿੰਧ ਦੇ ਉੱਤੇ ਹਮਲਾ ਕੀਤਾ ਸੀ, ਠੀਕ ਹੈ ਜੀ। ਸਿੰਧ ਦੇ ਉੱਤੇ ਇਹਨੇ ਹਮਲਾ ਕੀਤਾ ਸੀ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਸਿੰਧ ਦਾ ਰਾਜਾ ਕੌਣ ਸੀ? ਰਾਜਾ ਦਾਹਿਰ ਸੇਨ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਉਹ ਮੁਸਲਮਾਨ ਹਮਲਾਵਰ ਜਿਸ ਨੇ ਭਾਰਤ ਉੱਤੇ 17 ਵਾਰ ਹਮਲਾ ਕੀਤਾ, ਤਾਂ ਉਹ ਕਿਹੜਾ ਹਮਲਾਵਰ ਸੀ ਜਿਹਨੇ ਭਾਰਤ ਦੇ ਉੱਤੇ 17 ਵਾਰ ਹਮਲਾ ਕੀਤਾ ਸੀ? ਇਹੀ ਕੁਐਸਚਨ ਆਉਂਦਾ ਹੁੰਦਾ ਡਾਇਰੈਕਟ, ਜਿਹੜਾ ਪੁੱਛਿਆ ਜਾਂਦਾ। ਮਹਿਮੂਦ ਗਜ਼ਨਵੀ, ਕੁਤਬਦੀਨ ਐਬਕ, ਬਖਤਿਆਰ ਕਾਕੀ ਜਾਂ ਮੁਹੰਮਦ ਬਿਨ ਕਾਸਿਮ। ਤਾਂ ਉਹ ਕਿਹੜਾ ਮੁਸਲਮਾਨ ਹਮਲਾਵਰ ਸੀ ਜਿਹਨੇ ਭਾਰਤ ਉੱਤੇ 17 ਵਾਰ ਹਮਲਾ ਕੀਤਾ? ਤਾਂ ਇਹਦਾ ਆਨਸਰ ਆਊਗਾ ਆਨਸਰ ਨੰਬਰ 1 ਮਹਿਮੂਦ ਗਜ਼ਨਵੀ, ਠੀਕ ਹੈ ਜੀ। 1001 ਤੋਂ ਲੈ ਕੇ 1027 ਤੱਕ, ਠੀਕ ਹੈ ਜੀ। 1027 ਤੱਕ ਇਹਨੇ ਹਮਲੇ ਕੀਤੇ ਸੀਗੇ, ਤਾਂ ਮਹਿਮੂਦ ਗਜ਼ਨਵੀ ਇਹਦਾ ਨਾਮ ਹੈ, ਆਨਸਰ ਨੰਬਰ 1। ਤਾਂ ਕਿੱਥੋਂ ਸੀਗਾ ਇਹ? ਫਰੋਮ ਗਜ਼ਨੀ, ਅਫਗਾਨਿਸਤਾਨ। ਅਫਗਾਨਿਸਤਾਨ ਤੋਂ ਸੀ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਹੈ। 28 ਦਿਨ ਕਾ ਝੋਪੜਾ ਕਿਸ ਦੀ ਯਾਦ ਵਿੱਚ ਬਣਵਾਇਆ ਗਿਆ? ਇਹ ਜਿਹੜੀਆਂ ਫੇਮਸ ਇਮਾਰਤਾਂ ਨੇ ਇਹ ਤੁਸੀਂ ਯਾਦ ਰੱਖਿਓ। 28 ਦਿਨ ਕਾ ਝੋਪੜਾ ਬਿਲਟ ਇਨ ਦੀ ਮੈਮਰੀ ਆਫ ਹੂਮ? ਮੁਹੰਮਦ ਗੌਰੀ, ਕੁਤਬੁਦੀਨ ਐਬਕ, ਬਖਤਿਆਰ ਕਾਕੀ ਜਾਂ ਮੋਇਨੁਦੀਨ ਚਿਸ਼ਤੀ। 28 ਦਿਨ ਕਾ ਝੋਪੜਾ ਕਿੱਥੇ ਹੈ? ਇਹ ਅਜਮੇਰ ਦੇ ਵਿੱਚ, ਠੀਕ ਹੈ ਜੀ। ਅਜਮੇਰ ਦੇ ਵਿੱਚ ਇਹ ਜਿਹੜਾ 28 ਦਿਨ ਕਾ ਝੋਪੜਾ ਹੈਗਾ, ਠੀਕ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਤਾਂ ਇਹ ਕਿਸ ਦੀ ਯਾਦ ਦੇ ਵਿੱਚ ਇਹ ਪੁੱਛਿਆ ਗਿਆ ਤੁਹਾਨੂੰ। ਕੁਐਸਚਨ ਚੰਗੀ ਤਰ੍ਹਾਂ ਪੜ੍ਹਨਾ ਹੈ, ਕੋਈ ਵੀ ਪੇਪਰ ਤੁਸੀਂ ਜਦੋਂ ਤੁਸੀਂ ਦੇਣ ਜਾਂਦੇ ਹੋ ਤਾਂ ਇਹ ਮੇਰੀ ਰਿਕੁਐਸਟ ਹੈ ਤੁਹਾਨੂੰ ਕਿ ਕੁਐਸਚਨ ਨੂੰ ਬਹੁਤ ਚੰਗੀ ਤਰ੍ਹਾਂ ਪੜ੍ਹਿਆ ਕਰੋ ਅਤੇ ਆਨਸਰ ਨੂੰ ਪੂਰੇ ਧਿਆਨ ਨਾਲ ਪੜ੍ਹ ਕੇ ਫਿਰ ਟਿਕ ਕਰਿਆ ਕਰੋ, ਠੀਕ ਹੈ। ਕਾਲ ਦੇ ਵਿੱਚ ਕੋਈ ਵੀ ਆਨਸਰ ਆਪਾਂ ਗਲਤ ਕਰ ਦਿੰਦੇ ਹਾਂ। ਤਾਂ ਕਿਸ ਦੀ ਯਾਦ ਦੇ ਵਿੱਚ ਬਣਵਾਇਆ ਗਿਆ? ਤਾਂ ਇਹ ਬਣਵਾਇਆ ਗਿਆ ਮੋਇਨੁਦੀਨ ਚਿਸ਼ਤੀ ਦੀ ਯਾਦ ਦੇ ਵਿੱਚ। ਬਣਵਾਇਆ ਕਿਹਨੇ ਸੀ? ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ, ਇਹ ਬਣਵਾਇਆ ਸੀ ਕੁਤਬਦੀਨ ਐਬਕ ਨੇ। ਅਤੇ ਇਹ ਪੁੱਛਿਆ ਆਪਾਂ ਨੂੰ ਇਹ ਗਿਆ ਕਿ ਕਿਸ ਦੀ ਯਾਦ ਦੇ ਵਿੱਚ, ਤਾਂ ਆਨਸਰ ਨੰਬਰ 4 ਹੋਊਗਾ ਮੋਇਨੁਦੀਨ ਚਿਸ਼ਤੀ, ਅਜਮੇਰ ਰਾਜਸਥਾਨ, ਬਾਈ ਕੁਤਬਦੀਨ ਐਬਕ, ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਮੁਹੰਮਦ ਗੌਰੀ ਦਾ ਗੁਲਾਮ ਕੌਣ ਸੀ? ਹੂ ਵਾਜ਼ ਦੀ ਸਲੇਵ ਆਫ ਮੁਹੰਮਦ ਗੌਰੀ? ਕਿਉਂਕਿ ਇਹ 3 ਹਮਲਾਵਰ ਆਏ, ਮੁਹੰਮਦ ਬਿਨ ਕਾਸਿਮ, ਮਹਿਮੂਦ ਗਜ਼ਨਵੀ ਅਤੇ ਮੁਹੰਮਦ ਗੌਰੀ, ਬਟ ਇਹਨਾਂ ਦਾ ਮੇਨ ਮਕਸਦ ਆਪਣਾ ਰਾਜ ਭਾਗ ਸਥਾਪਿਤ ਕਰਨਾ ਨਹੀਂ ਸੀ, ਸਿਰਫ ਇੰਡੀਆ ਦੇ ਵਿੱਚੋਂ ਲੁੱਟ ਕੇ ਮਾਲ ਨੂੰ ਆਪਣੇ ਦੇਸ਼ ਦੇ ਵਿੱਚ ਵਾਪਸ ਚਲੇ ਜਾਣਾ, ਠੀਕ ਹੈ। ਸਿਰਫ ਇਹ ਇਨਵੇਡਰ ਸੀ, ਮਤਲਬ ਇਹ ਲੁੱਟਣ ਹੀ ਆਉਂਦੀ ਸੀ ਸਿਰਫ। ਤਾਂ ਇਹਦਾ ਗੁਲਾਮ ਕੌਣ ਸੀ? ਇਹਦਾ ਆਨਸਰ ਆਊਗਾ ਆਨਸਰ ਨੰਬਰ 2 ਕੁਤਬਦੀਨ ਐਬਕ, ਠੀਕ ਹੈ ਜੀ। ਕੁਤਬਦੀਨ ਐਬਕ ਇਹਦਾ ਗੁਲਾਮ ਸੀ, ਜਿਹਤੋਂ ਗੁਲਾਮ ਵੰਸ਼ ਦੀ ਪ੍ਰਥਾ ਜਿਹੜੀ ਆਪਣੀ ਸ਼ੁਰੂ ਹੁੰਦੀ ਹੈ, ਜਿਹੜਾ ਆਪਣੀ ਗੁਲਾਮ ਸਲੇਵ ਡਾਇਨੈਸਟੀ ਦਿੱਲੀ ਦੇ ਵਿੱਚ ਸ਼ੁਰੂ ਕੀਤੀ ਜਿਹਨੇ, ਕੁਤਬਦੀਨ ਐਬਕ ਨੇ। ਤਾਂ ਆਨਸਰ ਨੰਬਰ 2 ਆਊਗਾ ਇਹਦਾ, ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਕਾਸਿਮ ਦੇ ਹਮਲੇ ਦੌਰਾਨ ਸਿੰਧ ਦਾ ਰਾਜਾ ਕੌਣ ਸੀ? ਹੂ ਵਾਜ਼ ਦੀ ਕਿੰਗ ਆਫ ਸਿੰਧ ਡਿਊਰਿੰਗ ਇਨਵੇਡ ਆਫ ਕਾਸਿਮ? ਇਹੋ ਜਿਹੇ ਕੁਐਸਚਨ ਹੀ ਤੁਹਾਨੂੰ ਪੁੱਛੇ ਜਾਂਦੇ ਨੇ ਘੁਮਾ ਫਿਰਾ ਕੇ, ਠੀਕ ਹੈ। ਤਾਂ ਕਾਸਿਮ ਦਾ ਹਮਲਾ ਕਦੋਂ ਕੀਤਾ ਸੀ ਇਹਨੇ? 712 AD ਦੇ ਵਿੱਚ, ਠੀਕ ਹੈ। 712 AD ਦੇ ਵਿੱਚ ਇਹਨੇ ਹਮਲਾ ਕੀਤਾ ਸੀ।
ਤਾਂ ਜਿਹੜਾ ਸਿੰਧ ਦਾ ਰਾਜਾ ਕੌਣ ਸੀ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹਦਾ ਆਨਸਰ ਆਊਗਾ ਆਨਸਰ ਨੰਬਰ 3, ਰਾਜਾ ਦਾਹਿਰ ਸੇਨ। ਠੀਕ ਹੈ ਜੀ, ਰਾਜਾ ਦਾਹਿਰ ਸੇਨ ਉਹਦਾ ਨਾਮ ਸੀਗਾ, 712 AD। ਠੀਕ ਹੈ ਜੀ, ਰਾਜਾ ਦਾਹਿਰ ਸੇਨ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਮਹਿਮੂਦ ਗਜਨਵੀ ਨੇ ਸੋਮਨਾਥ ਮੰਦਿਰ 'ਤੇ ਹਮਲਾ ਕਦੋਂ ਕੀਤਾ? ਮਹਿਮੂਦ ਗਜਨਵੀ ਨੇ ਸੋਮਨਾਥ ਮੰਦਿਰ 'ਤੇ ਹਮਲਾ ਕਦੋਂ ਕੀਤਾ, ਇਹ ਪੁੱਛਿਆ ਜਾ ਸਕਦਾ ਤੁਹਾਨੂੰ। 1025, 1028, 1027 ਜਾਂ 1001। ਠੀਕ ਹੈ ਜੀ, ਇਹੋ ਜਿਹੇ ਆਪਸ਼ਨ ਤੁਹਾਨੂੰ ਮਿਲਣਗੇ ਪੇਪਰ ਦੇ ਵਿੱਚ ਜੋ ਕਿ ਤੁਹਾਨੂੰ ਬਿਲਕੁਲ ਕਨਫਿਊਜ਼ ਕਰ ਦੇਣਗੇ। ਤਾਂ ਮਹਿਮੂਦ ਗਜਨਵੀ ਨੇ ਸੋਮਨਾਥ ਮੰਦਿਰ 'ਤੇ ਹਮਲਾ ਕਦੋਂ ਕੀਤਾ? ਬਹੁਤ ਫੇਮਸ ਹਮਲਾ, ਇੱਕੋ ਇੱਕ ਹਮਲਾ ਜਿਹੜਾ ਵਾਰ-ਵਾਰ ਪੁੱਛਿਆ ਜਾਂਦਾ, ਅਤੇ ਇਹਦਾ ਆਨਸਰ ਆਊਗਾ ਆਨਸਰ ਨੰਬਰ 1। ਠੀਕ ਹੈ, 1025 ਦੇ ਵਿੱਚ ਇਹਨੇ ਹਮਲਾ ਕੀਤਾ ਸੀ ਸੋਮਨਾਥ ਮੰਦਿਰ 'ਤੇ। ਆਨਸਰ ਨੰਬਰ 1 ਆਊਗਾ ਇਹਦਾ, ਇਹ ਯਾਦ ਰੱਖਣਾ ਤੁਸੀਂ। ਠੀਕ ਹੈ ਜੀ, ਬਹੁਤ ਫੇਮਸ ਹਮਲਾ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਕਾਸਿਮ ਦੇ ਹਮਲੇ ਦੌਰਾਨ ਫਾਰਸ ਦਾ ਖਲੀਫਾ, ਫਾਰਸ ਕਿਹਨੂੰ ਕਿਹਾ ਜਾਂਦਾ ਹੈ? ਈਰਾਨ ਨੂੰ। ਠੀਕ ਹੈ ਜੀ, ਉਹਦਾ ਖਲੀਫਾ ਕੌਣ ਸੀ? ਮੁਹੰਮਦ ਗੌਰੀ, ਕੁਤਬੁਦੀਨ ਐਬਕ, ਬਖਤਿਆਰ ਕਾਕੀ ਜਾਂ ਅਲ ਹਜ਼ਾਜ਼ ਬਿਨ ਯੂਸਫ। ਤਾਂ ਇਹ ਤੋਂ ਤੁਸੀਂ ਦੱਸ ਹੀ ਦਿਓਗੇ। ਠੀਕ ਹੈ, ਬਹੁਤ ਇੰਪੋਰਟੈਂਟ ਹੈ ਇਹ। ਫਾਰਸ ਕਿਹਨੂੰ ਕਿਹਾ ਜਾਂਦਾ? ਈਰਾਨ ਨੂੰ। ਠੀਕ ਹੈ ਜੀ, ਈਰਾਨ ਦਾ ਨਾਮ ਸੀਗਾ ਫਾਰਸ। ਤਾਂ ਇਹਦਾ ਜਿਹੜਾ ਖਲੀਫਾ ਸੀ ਉਹ ਸੀਗਾ ਆਨਸਰ ਨੰਬਰ 4 ਆਊਗਾ ਅਲ ਹਜ਼ਾਜ਼ ਬਿਨ ਯੂਸਫ। ਠੀਕ ਹੈ ਜੀ, ਅਲ ਹਜ਼ਾਜ਼ ਬਿਨ ਯੂਸਫ ਇਹਦਾ ਖਲੀਫਾ ਸੀ, ਆਨਸਰ ਨੰਬਰ 4। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਤਰਾਇਨ ਦੀ ਲੜਾਈ ਕਿਹਨਾਂ ਵਿਚਕਾਰ ਹੋਈ? ਇਹ ਬਹੁਤ ਫੇਮਸ ਹੈ, ਇਹ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਤਰਾਇਨ ਦੀ ਲੜਾਈ, ਬੈਟਲ ਆਫ ਤਰਾਇਨ, ਫਾਊਟ ਬਿਟਵੀਨ ਮੁਹੰਮਦ ਗੌਰੀ ਵਰਸਸ ਪ੍ਰਿਥਵੀਰਾਜ ਚੌਹਾਨ, ਮਹਿਮੂਦ ਗਜਨਵੀ ਵਰਸਸ ਪ੍ਰਿਥਵੀਰਾਜ ਚੌਹਾਨ, ਬਾਬਰ ਵਰਸਸ ਪ੍ਰਿਥਵੀਰਾਜ ਚੌਹਾਨ ਜਾਂ ਔਰੰਗਜ਼ੇਬ ਵਰਸਸ ਪ੍ਰਿਥਵੀਰਾਜ ਚੌਹਾਨ। ਇਹੋ ਜਿਹੇ ਆਪਸ਼ਨ ਤੁਹਾਨੂੰ ਆਉਣਗੇ। ਠੀਕ ਹੈ, ਪ੍ਰਿਥਵੀਰਾਜ ਚੌਹਾਨ ਤੁਹਾਨੂੰ ਸਾਰੇ ਆਪਸ਼ਨ ਦੇ ਵਿੱਚ ਮਿਲੂਗਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਨੂੰ ਮਤਲਬ ਆਪਣਾ ਮਾਈਂਡ ਉਹ ਪੜ੍ਹ ਲੈਂਦੇ ਨੇ ਜਿਹੜੇ ਪੇਪਰ ਸੈੱਟ ਕਰਦੇ ਨੇ, ਤਾਂ ਕਰਕੇ ਉਹ ਪਾਉਂਦੇ ਨੇ। ਅਤੇ ਇਹਦਾ ਆਨਸਰ ਆਊਗਾ ਆਨਸਰ ਨੰਬਰ 1 ਆਊਗਾ। ਮੁਹੰਮਦ ਗੌਰੀ ਅਤੇ ਪ੍ਰਿਥਵੀਰਾਜ ਚੌਹਾਨ ਦੇ ਵਿਚਕਾਰ ਹੋਈ ਸੀ ਇਹ ਲੜਾਈ, ਬੈਟਲ ਆਫ ਤਰਾਇਨ। 2 ਲੜਾਈਆਂ ਹੋਈਆਂ ਸੀ ਇਹ, ਕਦੋਂ ਕਦੋਂ? 1191 ਅਤੇ 1192। ਇਹ ਲਗਾਤਾਰ ਹੀ ਹੋਈਆਂ ਸੀ। ਇਹ ਲੜਾਈ ਲੋਸਟ ਹੋਈ ਸੀ ਇਹਦੀ, ਇਹ ਲੜਾਈ ਇਹਦੀ ਵੌਨ ਹੋਈ ਸੀ। ਠੀਕ ਹੈ, 1192 'ਚ ਇਹ ਜਿੱਤ ਗਿਆ ਸੀ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਇਹਦਾ ਆਨਸਰ ਆਊਗਾ 1, 1191 ਅਤੇ 1192, ਮੁਹੰਮਦ ਗੌਰੀ ਵਰਸਸ ਪ੍ਰਿਥਵੀਰਾਜ ਚੌਹਾਨ। ਅੱਜ ਦੇ ਸੈਸ਼ਨ ਦਾ ਜਿਹੜਾ ਆਪਣਾ ਲਾਸਟ ਕੁਐਸਚਨ ਹੈ, ਮਹਿਮੂਦ ਗਜ਼ਨਵੀ ਦਾ ਪਿਤਾ ਕੌਣ ਸੀ? ਇਹ ਪੁੱਛ ਲਿਆ ਜਾਂਦਾ, ਬਹੁਤ ਵਾਰੀ ਕੁਐਸਚਨ ਆਇਆ ਹੋਇਆ ਇਹ, ਮਹਿਮੂਦ ਗਜ਼ਨਵੀ ਦਾ ਪਿਤਾ ਕੌਣ ਸੀ? ਤਾਂ ਇਹ 'ਚ ਤੁਹਾਨੂੰ ਮੈਂ ਈਜ਼ੀ ਤੋਂ ਈਜ਼ੀ ਅਤੇ ਡੀਪਲੀ ਤੋਂ ਡੀਪਲੀ ਕੁਐਸਚਨ ਕਰਵਾਏ ਹੋਏ ਨੇ। ਠੀਕ ਹੈ ਜੀ, ਆਪਣੇ ਸੈਸ਼ਨ ਦੇ ਵਿੱਚੋਂ ਤੁਹਾਨੂੰ ਇੱਕ ਵੀ ਕੁਐਸਚਨ ਬਾਹਰ ਨਹੀਂ ਮਿਲੂਗਾ ਜੇ ਅਰਲੀ ਮੀਡੀਵਲ ਦੇ ਵਿੱਚੋਂ ਕੁਐਸਚਨ ਆਉਂਦਾ ਹੈ। ਇਸ ਤੋਂ ਬਾਅਦ ਆਪਣੀਆਂ ਲਗਾਤਾਰ ਕਲਾਸਿਸ ਆਉਣਗੀਆਂ, ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ, ਇਹ 3 ਦਿਨ ਆਪਣੀਆਂ ਕਲਾਸਿਸ ਆਇਆ ਕਰਨਗੀਆਂ। ਸੁਬਾਹ 10 ਵਜੇ ਮੀਡੀਵਲ ਹਿਸਟਰੀ, ਸ਼ਾਮ ਨੂੰ 5 ਵਜੇ ਪੰਜਾਬ GK, ਜਿਹਦੇ ਵਿੱਚ ਆਪਾਂ ਗੁਰੂ ਪੀਰੀਅਡ ਕਲੀਅਰ ਕਰਨਾ ਹੈ। ਆਪਾਂ 10 ਗੁਰੂਆਂ ਬਾਰੇ ਪੂਰੇ ਡਿਟੇਲ ਦੇ ਵਿੱਚ ਪੜ੍ਹਾਂਗੇ। ਠੀਕ ਹੈ ਜੀ, ਤਾਂ ਮਹਿਮੂਦ ਗਜ਼ਨਵੀ ਦਾ ਪਿਤਾ ਕੌਣ ਸੀ? ਇਹਦਾ ਜਿਹੜਾ ਆਨਸਰ ਹੈ ਆਨਸਰ ਨੰਬਰ 1 ਆਊਗਾ ਸੁਬੁਕਤਗੀਨ। ਇਹਦੇ 2 ਬੇਟੇ ਸੀ, ਇੱਕ ਦਾ ਨਾਂ ਸੀਗਾ ਇਜ਼ਮਾਇਲ, ਠੀਕ ਹੈ, ਇੱਕ ਦਾ ਨਾਂ ਸੀ ਮਹਿਮੂਦ ਗਜ਼ਨਵੀ। ਠੀਕ ਹੈ ਜੀ, ਤਾਂ ਸੁਬੁਕਤਗੀਨ ਸੀ ਇਹਦੇ ਪਿਤਾ ਦਾ ਨਾਂ, ਇਹ ਤੁਸੀਂ ਯਾਦ ਰੱਖਿਓ। ਤਾਂ ਅੱਜ ਦਾ ਜਿਹੜਾ ਆਪਣਾ ਸੈਸ਼ਨ ਹੈ ਉਹ ਇੱਥੇ ਆਪਾਂ ਕੰਪਲੀਟ ਕਰਦੇ ਹਾਂ। 10 ਕੁਐਸਚਨ ਆਪਾਂ ਇਹਦੇ ਵਿੱਚ ਕੀਤੇ ਨੇ। ਠੀਕ ਹੈ, ਕੁਐਸਚਨ ਮੈਂ ਇਹਦੇ 'ਚੋਂ ਜ਼ਿਆਦਾ ਵੀ ਬਣਾ ਸਕਦਾ ਸੀ। ਠੀਕ ਹੈ, ਇਹ ਤੋਂ ਬੇਸ਼ੱਕ ਜੇ ਮੈਂ ਇਹਦੇ ਵਿੱਚੋਂ ਕੁਐਸਚਨ ਬਣਾਉਣੇ ਹੁੰਦੇ ਤਾਂ ਇਹਦੇ 'ਚੋਂ 30 ਤੋਂ 40 ਕੁਐਸਚਨ ਬਣ ਸਕਦੇ ਸੀ, ਬਟ ਮੈਂ ਜਿਹੜੇ ਇੰਪੋਰਟੈਂਟ ਹੈ ਉਹ ਤੁਹਾਨੂੰ ਕਰਵਾਏ ਨੇ। ਬਾਕੀ ਤੁਹਾਡੇ ਸਲਾਈਡਸ ਦੇ ਵਿੱਚ ਸਾਰਾ ਤੁਹਾਨੂੰ ਕਲੀਅਰ ਹੋ ਗਿਆ। ਠੀਕ ਹੈ ਜੀ, ਤਾਂ ਇਹਨੂੰ ਚੰਗੀ ਤਰ੍ਹਾਂ ਤੁਸੀਂ 2-3 ਵਾਰ ਵੀਡੀਓ ਨੂੰ ਰਿਵਾਈਜ਼ ਕਰ ਲਿਓ, ਨੋਟਸ ਆਪਣੇ ਖੁਦ ਬਣਾ ਲਓ। ਇਹਦੇ ਵਿੱਚੋਂ ਡਾਇਰੈਕਟ ਕੁਐਸਚਨ ਤੁਹਾਨੂੰ ਪੁੱਛੇ ਜਾ ਸਕਦੇ ਨੇ। ਠੀਕ ਹੈ ਜੀ, ਤਾਂ ਜੇਕਰ ਤੁਹਾਨੂੰ ਵੀਡੀਓ ਚੰਗੇ ਲੱਗਦੇ ਤਾਂ ਇਹਨੂੰ ਲਾਈਕ ਕਰ ਦਿਆ ਕਰੋ, ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ। ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ, ਲਾਈਕ ਕਰਨ ਦੇ ਨਾਲ ਸਾਨੂੰ ਐਪਰੀਸੀਏਸ਼ਨ ਮਿਲਦੀ ਹੈ ਅਤੇ ਕੰਮ ਕਰਨ ਦਾ ਹੌਸਲਾ ਮਿਲਦਾ। ਠੀਕ ਹੈ ਜੀ, ਤਾਂ ਅੱਗੇ ਵੀ ਕਲਾਸਾਂ ਆਪਣੀਆਂ ਆਉਂਦੀਆਂ ਰਹਿਣਗੀਆਂ। ਮੀਡੀਵਲ ਹਿਸਟਰੀ ਇਸ ਤੋਂ ਬਾਅਦ ਆਪਣੀ ਸਟਾਰਟ ਹੋਣੀ ਹੈ ਅਤੇ ਤੁਸੀਂ ਚੈਨਲ ਦੇ ਨਾਲ ਜੁੜੇ ਰਹੋ। ਬਹੁਤ ਵਧੀਆ ਕੰਟੈਂਟ ਤੁਹਾਡੇ ਲਈ ਲੈ ਕੇ ਆਵਾਂਗੇ। ਤੁਹਾਡੇ ਪੇਪਰ ਦਾ ਹਰ ਇੱਕ ਪੱਖ ਆਪਾਂ ਇਹਦੇ ਵਿੱਚ ਕਲੀਅਰ ਕਰਨਾ। ਠੀਕ ਹੈ ਜੀ, ਤਾਂ ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਧੰਨਵਾਦ।